Like the video, subscribe to the channel and press the bell icon for latest video updates. ਭਾਰਤ ਸਾਹਿਬ ਸਰਦਾਰ ਹਰਚੰਦ ਸਿੰਘ ਜਿਵੇਂ ਕਿ ਮੈਂ ਕਿਹਾ ਕਿ ਹਾਂਜੀ ਬਹੁਤ ਉੱਚ ਕੋਟੀ ਦੇ ਐਡਮਿਨਿਸਟ੍ਰੇਟਰ ਸਨ। ਹਾਂਜੀ ਇਹਨਾਂ ਦੀ ਦੋਸਤੀ ਸ਼ੇਖਰ ਗੁਪਤਾ ਇੰਡੀਅਨ ਐਕਸਪ੍ਰੈਸ ਦੇ ਉਸ ਵੇਲੇ ਚੀਫ ਐਡੀਟਰ ਸਨ। ਹਾਂਜੀ ਉਹਨਾਂ ਹਾਂਜੀ ਦੀ ਬਹੁਤ ਜ਼ਿਆਦਾ ਸੀ ਹਾਂਜੀ ਔਰ ਉਹ ਇਹਨਾਂ ਨੂੰ ਸ਼ੁਰੂ ਤੋਂ ਹੀ ਪ੍ਰੇਰਿਤ ਕਰ ਰਹੇ ਸਨ। ਜਦੋਂ ਦੇ ਜਿੱਥੇ ਮਿਲਦੇ ਸਨ ਕਿ ਤੁਸੀਂ ਸਾਡੇ ਆਰਗੇਨਾਈਜੇਸ਼ਨ 'ਚ ਆਓ ਜੁਆਇਨ ਕਰ ਲਓ। ਹਾਂਜੀ ਹਾਂਜੀ ਔਰ ਹਾਂਜੀ ਉੱਥੇ ਸੇਵਾਵਾਂ ਦਿਓ। ਜਿਹੜਾ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਜਾਂ ਹਾਂਜੀ ਉਹਦੇ ਤੋਂ ਕਈ ਲੋਕ ਜਿਹੜੇ ਆ ਉਹ ਜੈਲਸ ਹੋ ਕੇ ਜਾਂ ਅਨਵਾਂਟਡ ਉਹਨਾਂ ਦੇ ਰਾਹ 'ਚ ਰੋੜੇ ਪੈਦਾ ਕਰ ਰਹੇ ਹਨ ਜਾਂ ਉਹਨਾਂ ਤੇ ਉਹ ਵਿਸ਼ਵਾਸ ਨਹੀਂ ਕਰ ਰਹੇ, ਹਾਂਜੀ ਤਾਂ ਉਹਨਾਂ ਨੇ ਬੈਟਰ ਸਮਝਿਆ ਕਿ ਇਸ ਤੋਂ ਪਾਸੇ ਹੋ ਜਾਣਾ ਚੰਗਾ ਹੈ। ਤੇ ਉਹਨਾਂ ਨੇ 2 ਸਾਲ ਹੀ ਨੌਕਰੀ ਤੋਂ ਬਾਅਦ ਉੱਥੋਂ ਚੀਫ ਸੈਕਟਰੀ ਤੋਂ ਜਦ ਕਿ ਉਹ 3 ਸਾਲ ਦਾ ਟੈਨਿਓਰ ਸੀ, ਉਹਨਾਂ ਨੇ ਉਹ ਰਿਜ਼ਾਈਨ ਦੇ ਦਿੱਤਾ। ਉਹ ਇਸ ਚੀਜ਼ ਦੀ ਜਿਹੜੀ ਆ ਉਹ ਜਗ੍ਹਾ ਜਗ੍ਹਾ ਆਪਣੀ ਸਫਾਈ ਵੀ ਦਿੰਦੇ ਰਹੇ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ। ਔਰ ਜ਼ਿਆਦਾਤਰ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਬਾਰੇ ਇੱਕ ਪੁਸਤਕ ਲਿਖੀ ਸੀ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਿਸਟਮ ਐਂਡ ਪ੍ਰੋਸੀਜਰ ਸੀ ਜਾਂ ਜਿਹੜੇ ਉਹਨਾਂ ਵਿੱਚ ਕਪੜੇ ਜਾਂ ਕਈ ਨੀਤੀਆਂ ਕਿਸਮ ਦੇ ਬਾਰੇ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈਗਾ। ਕਈ ਜਿਹੜੀਆਂ ਪੋਲੀਟੀਕਲ ਜਾਂ ਹੋਰ ਕਈ ਤਰ੍ਹਾਂ ਦੀਆਂ ਉਹਦੇ 'ਚ ਜਿਹੜੀਆਂ ਇੰਟਰਫੇਰੈਂਸ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਜਿਹੜਾ ਬੜਾ ਬਖੂਬੀ ਲਿਖਿਆ। ਜੱਜਕੋ ਐਸਜੀਪੀਸੀ ਦੇ ਸਾਬਕਾ ਮੁੱਖ ਸਕੱਤਰ ਸਰ ਹਰਚਰਨ ਸਿੰਘ ਅਨਫੋਰਚੂਨੇਟਲੀ ਇਸ ਦੁਨੀਆ 'ਚ ਨਹੀਂ ਰਹੇ ਹੈਗੇ ਆ। ਉਹਨਾਂ ਦਾ ਬਹੁਤ ਸਾਰਾ ਪੀਰੀਅਡ ਜਿਹੜਾ ਹੈਗਾ ਪੰਜਾਬ ਐਂਡ ਸਿੰਧ ਬੈਂਕ ਨਾਲ ਜੁੜਿਆ ਹੈਗਾ। ਪੰਜਾਬ ਐਂਡ ਸਿੰਧ ਬੈਂਕ 'ਚ ਉਹ ਜਨਰਲ ਮੈਨੇਜਰ ਬੜੀ ਸੀਨੀਅਰ ਪੋਸਟ ਹੁੰਦੀ ਹੈਗੀ ਆ। ਹੁਣ ਉਹਨਾਂ ਦੀ ਪਰਸਨੈਲਿਟੀ ਦੇ ਸਪੈਸ਼ਲੀ ਬੈਂਕਿੰਗ ਖੇਤਰ ਵਿੱਚ ਉਹਨਾਂ ਨੇ ਕੀ ਸੇਵਾਵਾਂ ਦਿੱਤੀਆਂ ਹੈਗੀਆਂ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਆਨਲਾਈਨ ਕਪੂਰਥਲਾ ਤੋਂ ਜੁੜੇ ਨੇ ਸਰ ਨਿਰਮਲਜੀਤ ਸਿੰਘ ਚਤਰਥ, ਜੋ ਕਿ ਪੰਜਾਬ ਐਂਡ ਸਿੰਧ ਬੈਂਕ ਚੋਂ ਡੀਜੀਐਮ ਮਤਲਬ ਡਿਪਟੀ ਜ਼ੋਨਲ ਮੈਨੇਜਰ ਰਿਟਾਇਰ ਹੋ ਚੁੱਕੇ ਹੈਗੇ ਆ। ਤੇ ਚਤਰਥ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ। ਤੁਸੀਂ ਮੈਨੂੰ ਦੱਸਿਆ ਸੀ ਤੁਸੀਂ 3 ਸਾਲ ਇਹਨਾਂ ਨਾਲ ਬੜਾ ਕਲੋਜ਼ਲੀ ਕੰਮ ਕੀਤਾ ਹੈਗਾ। ਕਿਸ ਤਰ੍ਹਾਂ ਦੀ ਪ੍ਰੋਫੈਸ਼ਨਲ ਐਕਸਪਰਟਾਈਜ਼ ਸੀ ਜਿੱਥੋਂ ਤੱਕ ਬੈਂਕਿੰਗ ਖੇਤਰ ਦਾ ਫੀਲਡ ਅਸੀਂ ਜਾਣੀ ਹੈ ਸਰ ਹਰਚਰਨ ਸਿੰਘ ਜੀ ਦਾ? ਸ਼ੁਕਰੀਆ ਭਾਰਤ ਸਾਹਿਬ। ਸਰਦਾਰ ਹਰਚਰਨ ਸਿੰਘ ਇੱਕ ਬਹੁਤ ਹੀ ਨੇਕ, ਬਹੁਤ ਹੀ ਵਿਦਵਾਨ ਔਰ ਬਹੁਤ ਹੀ ਉੱਚ ਕੋਟੀ ਦੇ ਨੀਤੀਵਾਨ ਬੈਂਕ ਆਫੀਸਰ ਔਰ ਬਾਅਦ ਦੇ ਵਿੱਚ ਉਹ ਮੀਡੀਆ ਦੇ ਵਿੱਚ ਇੰਡੀਅਨ ਐਕਸਪ੍ਰੈਸ ਵਿੱਚ ਤੇ ਉਸ ਤੋਂ ਬਾਅਦ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਚੀਫ ਸੈਕਟਰੀ ਉਹਨਾਂ ਨੇ ਸੇਵਾਵਾਂ ਦਿੱਤੀਆਂ। ਹਾਂਜੀ ਸਰਦਾਰ ਹਰਚੰਦ ਸਿੰਘ ਦੀ ਜਿੱਥੋਂ ਤੱਕ ਸ਼ਖਸੀਅਤ ਦੇ ਬਾਰੇ ਹੈ, ਉਹ ਇੱਕ ਬਹੁਤ ਹੀ ਉੱਚ ਕੋਟੀ ਦੇ ਪ੍ਰਬੰਧਕ ਸਨ। ਹਾਂਜੀ ਬਹੁਤ ਪੜ੍ਹੇ ਲਿਖੇ, MA LLB ਔਰ ਬੈਂਕਿੰਗ ਦੇ ਵਿੱਚ ਬਹੁਤ ਹੀ ਇੱਕ ਉੱਚਾ ਮਕਾਮ ਉਹਨਾਂ ਨੇ ਹਾਸਲ ਕੀਤਾ। ਬਤੌਰ ਜਨਰਲ ਮੈਨੇਜਰ ਉਹਨਾਂ ਨੇ ਸੇਵਾਵਾਂ ਦਿੱਤੀਆਂ ਔਰ ਐਕੈਡਮਿਕ ਫੀਲਡ ਵਿੱਚ ਬੈਂਕ ਦੇ ਵਿੱਚ ਇੱਕ ਬਹੁਤ ਹਾਈ ਲੈਵਲ ਦਾ ਐਗਜ਼ਾਮ ਹੁੰਦਾ ਜਿਹਨੂੰ ਅਸੀਂ CAIA ਵੀ ਕਹਿੰਦੇ ਆ, ਉਹ ਵੀ ਉਹਨਾਂ ਨੇ ਡਿਸਟਿੰਕਸ਼ਨ ਕੀਤਾ ਹੋਇਆ ਸੀ। ਔਰ ਜਿੱਥੋਂ ਤੱਕ ਮੈਂ ਉਹਨਾਂ ਦੇ ਸੰਪਰਕ 'ਚ ਰਿਹਾ, ਮੈਂ ਇਹਨਾਂ ਨੂੰ ਇੱਕ ਬਹੁਤ ਹੀ ਉੱਚ ਕੋਟੀ ਦਾ ਅਫਸਰ, ਬਹੁਤ ਹੀ ਮਿਲਾਪੜਾ, ਬਹੁਤ ਹੀ ਮਿੱਠ ਬੋਲੜਾ ਔਰ ਬਹੁਤ ਹੀ ਸਿਆਣਾ ਅਫਸਰ ਵਰਗੂ ਉਹਨਾਂ ਨੂੰ ਜਾਣਿਆ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਹਰ ਖੇਤਰ ਵਿੱਚ ਜਿੱਥੇ ਵੀ ਗਏ ਉਹ ਬਤੌਰ ਉੱਚ ਕੋਟੀ ਦੇ ਅਫਸਰ ਵਜੋਂ ਹਰ ਜਗ੍ਹਾ ਤੇ ਉਹਨਾਂ ਨੇ ਜਿੱਥੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ, ਬਹੁਤ ਬਖੂਬੀ ਨਿਭਾਈਆਂ। ਹਾਂਜੀ, ਤੁਸੀਂ ਆਪਣੇ ਨਿਰਮਲਜੀਤ ਸਿੰਘ ਜੀ ਆਪਣੇ ਮੇਰੇ ਖਿਆਲ ਦਿੱਲੀ ਉਹਨਾਂ ਦੇ ਸੰਪਰਕ ਵਿੱਚ ਆਏ ਸੀ। ਕਿੱਥੇ ਤੁਸੀਂ ਇਕੱਠੇ ਹੋਏ ਸੀ ਪ੍ਰੋਫੈਸ਼ਨਲੀ ਵਰਕਿੰਗ? ਇਸ ਤਰ੍ਹਾਂ ਹੈ ਕਿ ਸਰਦਾਰ ਹਰਚਰਨ ਸਿੰਘ ਜੀ ਦਾ ਜਿਹੜਾ ਬੈਂਕਿੰਗ ਫੀਲਡ ਵਿੱਚ ਆਉਣਾ ਉਹ 1969 ਵਿੱਚ
ਉਹ ਬੈਂਕ ਦੇ ਵਿੱਚ ਬਤੌਰ ਪ੍ਰੋਬੇਸ਼ਨਰੀ ਅਫਸਰ ਆਏ ਅੱਛਾ ਜੀ। ਔਰ ਉਹਨਾਂ ਨੇ ਬਹੁਤ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਬਤੌਰ ਮੈਨੇਜਰ ਵੀ ਆਪਣਾ ਕੰਮ ਕੀਤਾ। ਹਾਂਜੀ ਇੱਕ ਫੀਲਡ ਉਹਨਾਂ ਦਾ ਬਹੁਤ ਹੀ ਯਾਦਗਾਰੀ ਹੈ ਕਿ ਹਾਂਜੀ ਕਜ਼ਨ ਸਨ ਸਰਦਾਰ ਹਰਭਜਨ ਸਿੰਘ ਜੀ ਨੱਡਾ, ਜਿਹੜੇ ਉਹਨਾਂ ਦੇ ਆਲ ਟਾਈਮ ਐਸੋਸੀਏਟ ਸਨ। ਹਰਚਰਨ ਅੱਛਾ ਸਿੰਘ ਜੀ। ਨੂੰ ਵੀ ਮੰਨਦੇ ਸਨ ਔਰ ਉਹਨਾਂ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਵੀ ਸੀ। ਹਾਂਜੀ ਸਰਦਾਰ ਹਰਭਜਨ ਸਿੰਘ ਜੀ ਨੱਡਾ ਮਲੋਟ ਵਿੱਚ ਮੈਨੇਜਰ ਸਨ ਔਰ ਹਾਂਜੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਬੈਂਕ ਵਾਸਤੇ ਉਸ ਏਰੀਏ 'ਚ, ਮਾਲਵੇ ਏਰੀਏ 'ਚ ਕੰਮ ਕੀਤਾ। ਹਾਂਜੀ ਤੇ ਜਦੋਂ ਉਹਨਾਂ ਨੂੰ ਉੱਥੋਂ ਮਲੋਟ ਤੋਂ ਬਦਲਿਆ ਗਿਆ ਤਾਂ ਉਦੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਉਹਨਾਂ ਦੀ ਰਿਪਲੇਸਮੈਂਟ ਜਿਹੜੀ ਆ ਉਹ ਲਿਆਉਣੀ ਬੜੀ ਮੁਸ਼ਕਲ ਹੈ। ਲੇਕਿਨ ਹਾਂਜੀ ਉਸ ਕਰਕੇ ਸਰਦਾਰ ਹਰਚਰਨ ਸਿੰਘ ਉਹਨਾਂ ਨੂੰ, ਜਿਨ੍ਹਾਂ ਦਾ ਹਾਂਜੀ ਕੋਈ ਪੇਂਡੂ ਖੇਤਰ ਨਾਲ ਬਹੁਤਾ ਜ਼ਿਆਦਾ ਸੰਪਰਕ ਨਹੀਂ ਸੀ ਉਸ ਵੇਲੇ, ਉੱਥੇ ਲਗਾਇਆ ਅੱਛਾ ਗਿਆ। ਪਰ ਉਹਨਾਂ ਨੇ ਮਲੋਟ ਦੇ ਵਿੱਚ ਜੋ ਕੰਮ ਕੀਤਾ ਅੱਛਾ ਉਹ ਨੱਡਾ ਸਾਹਿਬ ਤੋਂ ਵੀ ਅੱਗੇ ਨਿਕਲ ਗਏ। ਔਰ ਉਸ ਵੇਲੇ ਤੋਂ ਹੀ ਮੇਰਾ ਉਹਨਾਂ ਦੇ ਨਾਲ ਸੰਪਰਕ ਸੀ, ਕਿਉਂਕਿ ਸਰਦਾਰ ਹਰਭਜਨ ਸਿੰਘ ਜੀ ਨੱਡਾ ਮੇਰੇ ਕਜ਼ਨ ਵੀ ਸਨ ਔਰ ਅੱਛਾ ਉਹਨਾਂ ਦੇ ਨਾਲ ਮੇਰਾ ਪ੍ਰੇਮ ਸੀ। ਉਸ ਤੋਂ ਅੱਛਾ ਬਾਅਦ ਇੱਕ ਨਿੱਜੀ ਜਿਹੜਾ ਜਿਸ ਵੇਲੇ ਤੁਸੀਂ ਕਿਹਾ ਕਿ ਉਹ ਦਿੱਲੀ ਗਏ, ਦਿੱਲੀ ਜਾਣ ਤੋਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਸੈਕਟਰ 17 ਅੱਛਾ ਪੰਜਾਬ ਸਟੇਟ ਬੈਂਕ ਦੀ ਸਭ ਤੋਂ ਵੱਡੀ ਬ੍ਰਾਂਚ ਸੀ, ਅੱਛਾ ਉਹਦੇ ਅੱਛਾ ਔਰ ਚੀਫ ਮੈਨੇਜਰ ਰਹੇ ਔਰ ਅੱਛਾ ਉੱਥੇ ਉਹਨਾਂ ਨੇ ਬਹੁਤ ਬਖੂਬੀ ਕੰਮ ਕੀਤਾ। ਹੂੰ ਔਰ ਉਹਨਾਂ ਦਿਨਾਂ ਦੇ ਵਿੱਚ ਮੇਰੇ ਨਾਲ ਇੱਕ ਘਟਨਾ ਵਾਪਰੀ ਕਿ ਮੇਰੇ ਜੋ ਨਿੱਜੀ ਘਟਨਾ ਸੀ, ਹਾਂਜੀ ਮੇਰੀ ਮਿਸ ਦਾ ਦੇਹਾਂਤ ਹੋ ਗਿਆ। ਅੱਛਾ ਮੇਰੇ ਬੱਚੇ ਬਹੁਤ ਛੋਟੇ ਸਨ ਉਸ ਵੇਲੇ ਓਹੋ ਔਰ ਹੋ ਮੈਨੂੰ ਉਸ ਵੇਲੇ ਬੈਂਕ 'ਚ ਬਦਲ ਕੇ ਕਲਕੱਤੇ ਲਗਾ ਦਿੱਤਾ ਗਿਆ। ਅੱਛਾ ਤਾਂ ਅੱਛਾ ਅੱਛਾ ਜਦੋਂ ਹਰਚਰਨ ਸਿੰਘ ਜੀ ਨੂੰ ਪਤਾ ਲੱਗਾ, ਅੱਛਾ ਇਹ ਖੁਦ ਦਿੱਲੀ ਗਏ ਹੂੰ ਔਰ ਉੱਥੇ ਜਾ ਕੇ ਉਹਨਾਂ ਨੇ ਮੈਨੇਜਮੈਂਟ ਨਾਲ ਗੱਲ ਕੀਤੀ ਕਿ ਹਨੇਰ ਸਾਈਂ ਦਾ ਤੁਸੀਂ ਕੀ ਕਰ ਰਹੇ ਹੋ, ਉਸ ਨੂੰ ਤਾਂ ਆਪਣੇ ਬੱਚਿਆਂ ਦੀ ਪੈ ਰਹੀ ਹੈ ਤੇ ਹੂੰ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਉੱਥੇ ਕਲਕੱਤੇ ਬਦਲ ਦਿੱਤਾ ਹੈਗਾ। ਔਰ ਉਹਨਾਂ ਨੇ ਇਹਨੂੰ ਇੱਕ ਪਰਸਨਲ ਲੈਵਲ ਤੇ ਲੈ ਕੇ ਮੇਰੀ ਉਸ ਟ੍ਰਾਂਸਫਰ ਨੂੰ ਕੈਂਸਲ ਕਰਾਇਆ। ਉਸ ਤੋਂ ਬਾਅਦ ਅੱਛਾ ਉਹ ਮੇਰਾ ਉਹਨਾਂ ਦੇ ਨਾਲ ਨਿੱਜੀ ਸੰਪਰਕ ਜਿਹੜਾ ਉਹ ਹਾਂਜੀ ਲਗਾਤਾਰ ਚੱਲਦਾ ਰਿਹਾ। ਜਦੋਂ ਹੂੰ ਦਿੱਲੀ ਜਨਰਲ ਮੈਨੇਜਰ ਸਨ ਤਦ ਵੀ, ਔਰ ਜਦੋਂ ਹੂੰ ਉਹ ਯੂਨੀਅਨ ਦੇ ਵਿੱਚ ਬਤੌਰ ਚੀਫ ਐਗਜ਼ੀਕਿਊਟਿਵ ਸਾਡੇ ਯੂਨੀਅਨ ਦੇ ਪ੍ਰਧਾਨ ਵੀ ਰਹੇ, ਆਫਿਸਰ ਅੱਛਾ ਯੂਨੀਅਨ, ਉਸ ਸਭ ਮੇਰੇ ਤੋਂ ਵੀ ਮੇਰਾ ਉਹਨਾਂ ਦੇ ਨਾਲ ਬਹੁਤ ਨਿਰੰਤਰ ਸੰਪਰਕ ਚੱਲਦਾ ਹੈ। ਹਾਂ, ਜਨਰਲ ਮੈਨੇਜਰ ਨਿਰਮਲਜੀਤ ਜੀ ਬੜੀ ਸੀਨੀਅਰ ਪੋਸਟ ਹੁੰਦੀ ਹੈਗੀ, ਐਡਮਿਨਿਸਟ੍ਰੇਟਿਵ ਪੋਸਟ ਹੈਗੀ ਆ। ਪੰਜਾਬ ਐਂਡ ਸਿੰਧ ਬੈਂਕ ਨੂੰ ਜਿੰਨੀ ਕੁ ਮੇਰੀ ਨੌਲੇਜ ਹੈ, ਵਿੱਚ ਬੜੇ ਚੈਲੰਜਸ ਵੀ ਆਉਂਦੇ ਰਹੇ ਹੈਗੇ, ਕਈ ਵਾਰੀ ਵਿੱਚ ਮਰਜਰ ਦੀ ਵੀ ਹੋਰਨਾਂ ਬੈਂਕਾਂ 'ਚ ਗੱਲ ਚੱਲੀ ਹੈਗੀ ਆ। ਬਟ ਫੋਰਚੂਨੇਟਲੀ ਮਤਲਬ ਇਸ ਬੈਂਕ ਅਜੇ ਤਾਈਂ ਸਰਵਾਈਵ ਕਰਦੀ ਰਹੀ। ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਉਹਨਾਂ ਦੇ ਵੇਲੇ ਦਾ ਜਦੋਂ ਉਹਨਾਂ ਨੇ ਕੋਈ ਐਕਸੈਪਸ਼ਨਲ ਕੰਮ ਬਤੌਰ ਜਨਰਲ ਮੈਨੇਜਰ ਕੀਤਾ ਹੋਵੇ, ਤੁਹਾਡੀ ਨਿਗਾਹ 'ਚ ਆਉਂਦਾ ਹੋਵੇ, ਉਹ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਸਕਦੇ ਹੋ। ਭਾਰਤ ਸਾਹਿਬ, ਇਸ ਤੋਂ ਪਹਿਲੇ ਮੈਂ ਇੱਕ ਘਟਨਾ ਜਿਹੜੀ ਹੈ ਨਾ ਉਹ ਤੁਹਾਡੇ ਹਾਂਜੀ ਨਾਲ ਸ਼ੇਅਰ ਕਰਾਂਗਾ, ਹਾਂਜੀ ਕਿਉਂਕਿ ਇਹ ਜਿਹੜਾ ਤੁਸੀਂ ਗੱਲ ਇਸ਼ੂ ਉਠਾਇਆ ਉਹ ਅੱਜ ਹਾਂਜੀ ਕੱਲ੍ਹ ਬੈਂਕ ਦੇ ਨਾਲ ਚੱਲ ਰਿਹਾ ਹੈ ਤੇ ਸਰ ਅੱਛਾ ਜੀ ਹਰਚਰਨ ਸਿੰਘ ਜੀ ਉਹਦੇ ਨਾਲ ਬੜੇ ਉਸ ਮਸਲੇ ਦੇ ਵਿੱਚ ਬੜੇ ਯਤਨਸ਼ੀਲ ਸਨ। ਪਰ ਉਸ ਅੱਛਾ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਹਾਂਜੀ ਕਿ ਸਰਦਾਰ ਹਰਚਰਨ ਸਿੰਘ ਜੀ 31 ਸਾਲ ਬੈਂਕ ਦੇ ਨਾਲ ਜੁੜੇ ਰਹੇ ਅੱਛਾ ਜੀ ਔਰ ਇੱਕ ਸਮਾਂ ਆਇਆ 1980 ਦੇ ਵਿੱਚ ਬੈਂਕ ਹਾਂਜੀ ਨੈਸ਼ਨਲਾਈਜ਼ ਹੋ ਗਿਆ। ਹਾਂਜੀ ਉਸ ਵੇਲੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਪਹਿਲੇ ਤਾਂ ਸਾਰੇ ਚੇਅਰਮੈਨ CMD ਜਿਹੜੇ ਹੁੰਦੇ ਸਨ ਉਹ ਬੈਂਕ ਦੇ ਵਿੱਚੋਂ ਹੀ ਹੁੰਦੇ ਸਨ। ਹਾਂ ਮਹਾਨ ਸ਼ਖਸੀਅਤ ਡਾਕਟਰ ਇੰਦਰਜੀਤ ਸਿੰਘ ਵੀ ਇਹਦੇ ਚੇਅਰਮੈਨ ਔਰ ਉਹਨਾਂ ਕਾਊਂਟਰ ਨੇ ਇਸ ਬੈਂਕ ਚੇਅਰਮੈਨ ਸੀ ਮੇਰੇ ਨੂੰ ਖਿਆਲ ਲਿਆਂਦਾ। ਇੰਦਰਜੀਤ ਜੀ। ਹਾਂ, ਉਸ ਤੋਂ ਬਾਅਦ ਜਦੋਂ ਇਹ ਬੈਂਕ ਨੈਸ਼ਨਲਾਈਜ਼ ਹੋ ਗਿਆ ਹੂੰ ਤਾਂ ਥੋੜੀ ਦੇਰ ਤੱਕ ਤਾਂ ਡਾਕਟਰ ਇੰਦਰਜੀਤ ਸਿੰਘ ਜੀ ਕਸਟੋਡੀਅਨ ਰਹੇ, ਲੇਕਿਨ ਉਸ ਹਾਂਜੀ ਤੋਂ ਬਾਅਦ ਇੱਕ ਚੇਅਰਮੈਨ CMD ਲਗਾਇਆ ਗਿਆ ਸਰਦਾਰ ਮਹਿੰਦਰ ਸਿੰਘ। ਹਾਂਜੀ ਉਹ ਸਟੇਟ ਬੈਂਕ ਆਫ ਇੰਡੀਆ ਚੋਂ ਆਏ ਸਨ। ਅੱਛਾ ਆਉਂਦਿਆਂ ਹੀ ਬੈਂਕ ਦੇ ਵਿੱਚ ਕਾਫੀ
ਜਿਹੜੇ ਇੱਧਰ ਦੀਆਂ ਉਧਰ ਟ੍ਰਾਂਸਫਰਾਂ ਤੇ ਕੁਝ ਇੱਧਰ ਕੋਈ ਹੋਰ ਐਡਜਸਟਮੈਂਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਛਾ ਉਹਨਾਂ ਦੀ ਕਨਫਰੰਟੇਸ਼ਨ ਜਿਹੜੀ ਆ ਉਹ ਬੈਂਕ ਦੇ ਵਿੱਚ ਯੂਨੀਅਨ ਲੈਵਲ ਤੇ ਜਾਂ ਹੋਰ ਕਈ ਤਰ੍ਹਾਂ ਦੇ ਝੰਜਟ ਸ਼ੁਰੂ ਹੋ ਗਏ। ਅੱਛਾ ਅੱਛਾ ਸਰਦਾਰ ਹਰਚਰਨ ਸਿੰਘ ਜੀ ਉਸ ਵੇਲੇ ਯੂਨੀਅਨ ਦੇ ਇੱਕ ਆਫੀਸਰ ਯੂਨੀਅਨ ਸੀ, ਉਹਦੇ ਉਹਦੇ head ਨੈਸ਼ਨਲ ਪ੍ਰੈਜ਼ੀਡੈਂਟ ਸਨ। ਹਾਂਜੀ ਔਰ ਇਹ ਇਹਨਾਂ ਦੇ ਨਾਲ ਮੈਂ ਵੀ ਇੱਕ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਸੀ। ਅਸੀਂ ਅੱਛਾ। ਉਸ ਵੇਲੇ ਸਾਰੇ ਇਕੱਠੇ ਹੋ ਕੇ ਸਰਦਾਰ ਮਹਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਨੂੰ ਮਿਲਣ ਗਏ। ਹਾਂਜੀ ਅਸੀਂ ਜਦੋਂ ਅੰਦਰ ਗਏ ਤਾਂ ਉਹਨਾਂ ਨੇ ਪਹਿਲੇ ਤਾਂ ਉਹਨਾਂ ਨੇ ਸਾਨੂੰ ਬੁਲਾਇਆ ਨਹੀਂ। ਜਿਸ ਹਾਂਜੀ। ਵੇਲੇ ਬੁਲਾਇਆ ਤਾਂ ਉਹਨਾਂ ਨੇ ਕਿਹਾ ਕਿ 4-5 ਜਣੇ ਅੰਦਰ ਆ ਜਾਓ। ਉਸ ਵੇਲੇ ਇੱਕ ਸਰਦਾਰ ਜਸਵੰਤ ਸਿੰਘ ਸਨ, ਸਾਡੇ ਉਹ ਵੀ ਜਸਵੰਤ ਸਿੰਘ ਮਾਨ ਬੜੇ ਮਸ਼ਹੂਰ ਪਰਸਨੈਲਿਟੀ ਹੋਏ ਹਨ ਉਹ, ਅੱਛਾ ਔਰ ਇਹ ਸਰਦਾਰ ਹਰਚਰਨ ਸਿੰਘ ਜੀ ਮਿਲ ਕੇ ਹਾਂਜੀ ਤੇ ਜਦੋਂ ਚੇਅਰਮੈਨ ਸਾਹਿਬ ਨੂੰ ਮਿਲੇ ਤਾਂ ਬੜੇ ਪਿਆਰ ਦੇ ਨਾਲ ਸਰਦਾਰ ਹਰਚਰਨ ਸਿੰਘ ਨੇ ਉਹਨਾਂ ਨਾਲ ਪੇਸ਼ ਆਏ। ਸਰਦਾਰ ਹਾਂਜੀ। ਮਹਿੰਦਰ ਸਿੰਘ ਹੁਣੀ ਬੜੇ ਅਗਰੈਸਿਵ ਸਨ। ਸੀਐਮਡੀ ਸਾਹਿਬ ਅੱਛਾ। ਕਿ ਤੁਸੀਂ ਅੱਛਾ। ਕਿਉਂ ਆਏ ਹੋ, ਮੈਨੂੰ ਪੁੱਛ ਬਗੈਰ ਪੁੱਛੇ ਤੋਂ ਕਿਸ ਤਰ੍ਹਾਂ ਤੁਸੀਂ ਆ ਗਏ। ਉਹਨਾਂ ਨੇ ਬੜੇ ਮਿੱਠੇ ਦੇ ਤਰੀਕੇ ਨਾਲ ਜਦੋਂ ਉਹ ਥੋੜਾ ਜਿਹਾ ਸ਼ਾਂਤ ਹੋਏ ਤਾਂ ਉਹਨਾਂ ਨੂੰ ਕਹਿੰਦੇ ਕਿ ਚੇਅਰਮੈਨ ਸਾਹਿਬ, ਅਸੀਂ ਤਾਂ ਬੈਂਕ ਦੇ ਜਿਹੜੇ ਆਫੀਸਰ ਆ ਉਹ ਤੁਹਾਡੇ ਵਾਸਤੇ ਘੜੇ ਦੀ ਮੱਛੀ ਆ। ਤੁਸੀਂ ਸਾਡੇ ਨਾਲ ਜਿਸ ਤਰ੍ਹਾਂ ਵੀ ਡੀਲ ਕਰੋਗੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਕਹੋਗੇ ਅਸੀਂ ਤਾਂ ਉਹ ਕਰਨਾ ਹੈ। ਲੇਕਿਨ ਹੋਰ ਬੜੇ ਮਸਲੇ ਆ ਨੈਸ਼ਨਲਾਈਜੇਸ਼ਨ ਤੋਂ ਬਾਅਦ, ਪਹਿਲੇ ਉਹਨਾਂ ਨੂੰ ਹੱਲ ਕਰ ਲਓ ਤੇ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨ ਲਈ ਤਿਆਰ ਹਾਂ। ਤੇ ਤੁਸੀਂ ਇਸ ਤਰ੍ਹਾਂ ਦੀਆਂ ਟ੍ਰਾਂਸਫਰਾਂ ਤੇ ਹੋਰ ਚੱਕਰਾਂ ਦੇ ਵਿੱਚ ਜਾਂ ਉਹ ਉਸ ਪਾਸੇ ਵੱਲ ਨਾ ਜਾਓ। ਪਹਿਲੇ ਬੈਂਕ ਸਟੈਬਲਾਈਜ਼ ਕਰ ਲਓ। ਆਫਟਰ ਨੈਸ਼ਨਲਾਈਜੇਸ਼ਨ ਜਿਹੜੀ ਹੁਣ ਨੈਸ਼ਨਲਾਈਜ਼ ਹੋ ਗਈ ਹੈ, ਇਹਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰ ਲਓ। ਇਹਦੇ ਵਿੱਚ ਸਰਦਾਰ ਹਰਚਰਨ ਸਿੰਘ ਨੇ ਉਸ ਵੇਲੇ ਬਹੁਤ ਹੀ ਵੱਡਾ ਔਰ ਬਹੁਤ ਵਧੀਆ ਰੋਲ ਪਲੇ ਕੀਤਾ ਔਰ ਆਪਣੀ ਕਾਬਲੀਅਤ ਜਿਹੜੀ ਆ ਬਤੌਰ ਉਹਨਾਂ ਨੇ ਐਡਮਿਨਿਸਟ੍ਰੇਟਰ ਜਾਂ ਕਿ ਇੱਕ ਟ੍ਰੇਡ ਯੂਨੀਅਨਿਸਟ ਵੱਲੋਂ ਉਹ ਪੂਰੀ ਤਰ੍ਹਾਂ ਉਹ ਉਸ ਵੇਲੇ ਉਹ ਸਾਬਤ ਕਰ ਦਿੱਤੀ। ਇਹਨਾਂ ਦੀ ਫਿਰ ਜਰਨਲਿਸਟਿਕ ਕੈਰੀਅਰ 'ਚ ਜਿਵੇਂ ਤੁਸੀਂ ਕਿਹਾ ਐਡੀਟਰ ਰਹੇ ਹੈਗੇ ਆ ਇੰਡੀਅਨ ਐਕਸਪ੍ਰੈਸ 'ਚ, ਇੱਧਰ ਐਂਟਰੀ ਫਿਰ ਕਿਵੇਂ ਆਉਣ ਦਾ ਸਬਬ ਮਿਲਿਆ ਹੈਗਾ? ਭਾਰਤ ਸਾਹਿਬ, ਸਰਦਾਰ ਹਰਚਰਨ ਸਿੰਘ ਜਿਵੇਂ ਕਿ ਮੈਂ ਕਿਹਾ ਹੈ ਕਿ ਬਹੁਤ ਉੱਚ ਕੋਟੀ ਦੇ ਐਡਮਿਨਿਸਟ੍ਰੇਟਰ ਸਨ। ਹਾਂਜੀ ਇਹਨਾਂ ਦੀ ਦੋਸਤੀ ਸ਼ੇਖਰ ਗੁਪਤਾ ਇੰਡੀਅਨ ਐਕਸਪ੍ਰੈਸ ਦੇ ਉਸ ਵੇਲੇ ਚੀਫ ਐਡੀਟਰ ਸਨ। ਹਾਂਜੀ ਹਾਂਜੀ ਬਹੁਤ ਜ਼ਿਆਦਾ ਸੀ ਹਾਂਜੀ ਔਰ ਉਹ ਇਹਨਾਂ ਨੂੰ ਸ਼ੁਰੂ ਤੋਂ ਹੀ ਪ੍ਰੇਰਿਤ ਕਰ ਰਹੇ ਸਨ। ਜਦੋਂ ਦੇ ਜਿੱਥੇ ਮਿਲਦੇ ਸਨ ਕਿ ਤੁਸੀਂ ਸਾਡੇ ਆਰਗੇਨਾਈਜੇਸ਼ਨ 'ਚ ਆਓ, ਜੁਆਇਨ ਕਰ ਲਓ। ਹਾਂਜੀ ਔਰ ਉੱਥੇ ਸੇਵਾਵਾਂ ਦਿਓ। ਇਹਨਾਂ ਨੇ ਕਿਉਂਕਿ ਬੈਂਕ ਦੇ ਵਿੱਚ ਕਾਫੀ ਆਪਣਾ 31 ਸਾਲ ਦੀ ਸੇਵਾ, ਕੋਈ ਥੋੜੀ ਸੇਵਾ ਨਹੀਂ ਹੁੰਦੀ। ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਅਗਰ ਮੈਨੂੰ ਇਹੋ ਜੀ ਜਗ੍ਹਾ ਤੇ ਆਫਰ ਹੁੰਦੀ ਆ, ਕਿਉਂਕਿ ਇੰਡੀਅਨ ਐਕਸਪ੍ਰੈਸ ਉਸ ਵੇਲੇ ਬੜਾ ਇੱਕ ਪ੍ਰਮੁੱਖ ਸੀ, ਹਾਂ ਬਹੁਤ ਰਨਾਊਂਡ ਪੇਪਰ ਸੀ। ਔਰ ਉਸ ਵੇਲੇ ਇਹਨਾਂ ਨੇ ਫਿਰ ਉਹ ਸ਼ੇਖਰ ਗੁਪਤਾ ਜੀ ਦੀ ਪ੍ਰੇਰਨਾ ਤੇ ਉਧਰ ਜਾਣ ਦਾ ਜਿਹੜਾ ਮਨ ਬਣਾ ਲਿਆ ਔਰ ਬੈਂਕ ਚੋਂ ਬਕਾਇਦਾ ਉਹ ਉਸ ਵੇਲੇ ਇਹਨਾਂ ਦੀ 6-7 ਸਾਲ ਦੀ ਨੌਕਰੀ ਰਹਿੰਦੀ ਸੀ। ਜੇ ਬੈਂਕ 'ਚ ਰਹਿੰਦੇ ਤਾਂ ਉਹ ਚੇਅਰਮੈਨ ਵੀ ਬਣਨਾ ਸੀ ਜਾਂ ਉਸ ਤੋਂ ਉੱਪਰ ਵੀ ਚਲੇ ਜਾਂਦੇ। ਲੇਕਿਨ ਉਹਨਾਂ ਨੇ ਫਿਰ ਇਹ ਸੋਚਿਆ ਕਿ ਮੈਨੂੰ ਹੁਣ ਇਸ ਫੀਲਡ ਦੇ ਵਿੱਚ ਵੀ ਆਪਣੀ ਜਿਹੜਾ ਹੁਨਰ ਆ ਜਾਂ ਪ੍ਰਤਿਭਾ ਉਹ ਦਿਖਾਣੀ ਚਾਹੀਦੀ ਆ। ਤੇ ਉਧਰ ਉਹਨਾਂ ਨੂੰ ਬਹੁਤ ਅੱਛੀ ਪੋਸਟ ਤੇ ਉਹਨਾਂ ਨੂੰ ਬਤੌਰ ਵਾਈਸ ਪ੍ਰੈਜ਼ੀਡੈਂਟ ਲਿਆ ਗਿਆ, ਜਿਹਦੇ 'ਚ ਉਹਨੂੰ ਕਾਫੀ ਰੈਮੂਨਰੇਸ਼ਨ ਜਿਹੜਾ ਉਹ ਹਾਈ ਲੈਵਲ ਦੇ ਆਫਰ ਕੀਤੇ ਗਏ। ਇਸ ਕਰਕੇ ਫਿਰ ਉਧਰ ਜਾਣਾ ਉਹਨਾਂ ਨੇ ਆਪਟ ਕਰ ਲਿਆ। ਉਧਰਲਾ ਜਿਹੜਾ ਐਕਸਪ੍ਰੈਸ ਦਾ ਪੀਰੀਅਡ ਕਿਹੋ ਜਿਹਾ ਰਿਹਾ ਉਹਨਾਂ ਦਾ ਪ੍ਰੋਫੈਸ਼ਨਲੀ, ਕਿੰਨਾ ਕੁ ਉਹਨਾਂ ਦਾ ਕੰਟਰੀਬਿਊਸ਼ਨ ਰਹੀ ਹੈਗੀ ਆ ਉਹਦੇ ਵਿੱਚ, ਕੁਝ ਆਈਡੀਆ? ਭਾਰਤ ਸਾਹਿਬ 15 ਸਾਲ ਉਹ ਇੰਡੀਅਨ ਐਕਸਪ੍ਰੈਸ ਨਾਲ ਜੁੜੇ ਰਹੇ ਔਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹ ਗਏ ਤਾਂ ਸਨ ਵਾਈਸ ਪ੍ਰੈਜ਼ੀਡੈਂਟ। ਅੱਛਾ ਜੀ। ਥੋੜੇ ਸਮੇਂ ਦੇ ਵਿੱਚ ਹੀ ਬਾਅਦ ਹੀ ਉਹਨਾਂ ਨੂੰ ਡਾਇਰੈਕਟਰ ਲੈ ਲਿਆ ਗਿਆ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਿਉਂਕਿ ਉਹਨਾਂ ਦੇ ਸਾਰੇ ਐਡਮਿਨਿਸਟ੍ਰੇਸ਼ਨ ਨੂੰ
ਉਹਨਾਂ ਦੇ ਸਾਰੇ ਅਕਾਊਂਟ ਸਿਸਟਮ ਨੂੰ ਇਹਨਾਂ ਨੇ ਬਖੂਬੀ ਹੈਂਡਲ ਕੀਤਾ ਤੇ ਇਸੇ ਕਰਕੇ ਉਹਨਾਂ ਨੂੰ ਇਸ ਪਦਵੀ ਦੇ ਉੱਪਰ ਐਜ਼ ਏ ਡਾਇਰੈਕਟਰ ਬਹੁਤ ਜਲਦੀ ਪ੍ਰਮੋਟ ਕਰ ਦਿੱਤਾ ਗਿਆ। ਹਾਂਜੀ ਹਾਂਜੀ। ਇਹ ਫਿਰ ਇੱਧਰ SGPC ਵੱਲ ਇਹ ਕਿਵੇਂ ਸਬੱਬ ਬਣਿਆ? ਇਹ ਸੁਖਵੀਰ ਹੁਣਾਂ ਨਾਲ ਕਿਵੇਂ ਮੁਲਾਕਾਤ ਹੋਈ, ਜਾਂ ਕਿਸੇ ਨੇ ਅਰੇਂਜ ਕਰਾਈ, ਜਾਂ ਆਪਣੇ ਆਪ? ਕੁਛ ਇਹਦੇ ਬਾਰੇ ਨੌਲੇਜ ਹੈ ਕਿ ਨਹੀਂ ਤੁਹਾਨੂੰ? ਹਾਂ, ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਨਜ਼ਦੀਕੀ ਸੰਬੰਧ ਸੀ। ਹਾਂਜੀ। ਔਰ ਕਈ ਵਾਰੀ ਗੱਲਾਂ ਬਾਤਾਂ ਵੀ ਹੁੰਦੀਆਂ ਸਨ। ਹੁਣ ਵੀ ਥੋੜੇ ਦਿਨ ਪਹਿਲੇ ਹੀ ਮੇਰੀ ਉਹਨਾਂ ਦੇ ਨਾਲ ਟੈਲੀਫੋਨ ਤੇ ਗੱਲ ਹੋਈ। ਇੱਕ ਚੈਨਲ ਦੇ ਨਾਲ ਇੰਟਰਵਿਊ ਦੇ ਰਹੇ ਸਨ ਤੇ ਉਸ ਤੋਂ ਬਾਅਦ ਮੈਂ ਵੀ ਉਹਨਾਂ ਨੂੰ ਸੁਝਾ ਦਿੱਤੇ ਜਿਹੜੇ ਉਹਨੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਲਏ ਔਰ ਉਹਦੇ ਤੇ ਅੱਗੇ ਵੱਧ ਰਿਹਾ ਸੀ। ਜਦੋਂ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਣ ਦਾ ਉਹਨਾਂ ਦਾ ਕਹਾਣੀ ਹੈ, ਉਹਦੇ ਬਾਰੇ ਤੇ ਇਹ ਹੈ ਕਿ ਉਹ ਬੜੇ ਧਾਰਮਿਕ ਖਿਆਲਾਂ ਦੇ ਵੀ ਸਨ। ਜਿੱਥੇ ਉਹ ਉੱਚ ਕੋਟੀ ਦੇ ਪ੍ਰਬੰਧਕ ਸਨ, ਉੱਥੇ ਉਹ ਸੇਵਾ ਦਾ ਜਿਹੜਾ ਉਹਨਾਂ ਦੇ ਵਿੱਚ ਬਹੁਤ ਵੱਡਾ ਜਜ਼ਬਾ ਸੀ। ਔਰ ਦੇਖੋ 31 ਸਾਲ ਬੈਂਕ 'ਚ ਨੌਕਰੀ ਕਰਨਾ, ਫਿਰ 15 ਸਾਲ ਉੱਧਰ ਕਰਨ ਤੋਂ ਬਾਅਦ ਉਹਨਾਂ ਦੇ ਮਨ 'ਚ ਆਇਆ ਇੰਡੀਅਨ ਐਕਸਪ੍ਰੈਸ 'ਚ ਕਿ ਮੈਨੂੰ ਅਗਰ ਉਸ ਟਾਈਮ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਵੀ ਇੱਕ ਬਹੁਤ ਵੱਡਾ ਅਦਾਰਾ ਹੈ ਔਰ ਉਹਦੇ ਵਿੱਚ ਅਕਾਊਂਟਸ ਦਾ ਬਹੁਤ ਵੱਡਾ ਲੰਬਾ ਚੌੜਾ ਹਿਸਾਬ ਕਿਤਾਬ ਹੈ ਔਰ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਇੱਕ ਬਹੁਤ ਵੱਡਾ ਐਂਗਲ ਹੈ। ਔਰ ਉਸ ਵੇਲੇ ਉਹਨਾਂ ਨੂੰ ਇਹੋ ਜਿਹਾ ਐਕਸਪਰਟੀਜ਼ ਦੀ ਲੋੜ ਸੀ ਔਰ ਉਹਨਾਂ ਨੇ ਉਹ ਸਰਦਾਰ ਹਰਚੰਦ ਸਿੰਘ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਦੀ ਪ੍ਰੇਰਨਾ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਤੌਰ ਚੀਫ ਸੈਕਟਰੀ ਜੁਆਇਨ ਕੀਤਾ। ਹਾਂਜੀ ਹਾਂਜੀ। ਉਹ ਫਿਰ ਸ਼੍ਰੋਮਣੀ ਕਮੇਟੀ ਵਿੱਚ ਰਹਿ ਕੇ ਕੁਛ ਕੀ ਪ੍ਰੋਫੈਸ਼ਨਲ ਕੰਟਰੀਬਿਊਸ਼ਨ ਕੀਤੀ? ਕਦੀ ਉਹਦੇ ਬਾਰੇ ਕੁਝ ਦੀ ਗੱਲਬਾਤ ਹੋਈ, ਜਾਂ ਉਹਨਾਂ ਨੂੰ ਡਾਇਰੈਕਟਲੀ ਛੱਡਣਾ ਕਿਉਂ ਪੈ ਗਿਆ ਪੌਣੇ 2 ਸਾਲ ਬਾਅਦ? ਪਾਰਸ ਸਾਹਿਬ, ਬੜੀ ਦੁਖਦ ਕਹਾਣੀ ਹੈ। ਹਾਂਜੀ। ਕਿਉਂਕਿ ਹਰਚੰਦ ਸਿੰਘ ਜਿਹੜੇ ਆ ਉਹ ਬਹੁਤ ਨੇਕ ਸ਼ਖਸੀਅਤ ਸਨ ਔਰ ਬੜਾ ਹੀ ਫੁੱਲ ਪ੍ਰੂਫ ਕੰਮ ਕਰਨ ਦੇ ਆਦੀ ਸਨ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਕੁਛ ਮਹਿਸੂਸ ਕੀਤੀਆਂ ਘਾਟਾਂ, ਚਾਹੇ ਉਹ ਅਕਾਊਂਟਿੰਗ ਸਿਸਟਮ 'ਚ ਹੋਣ, ਚਾਹੇ ਐਡਮਿਨਿਸਟ੍ਰੇਸ਼ਨ ਸਿਸਟਮ 'ਚ ਹੋਣ, ਚਾਹੇ ਐਕਸਟਰਾ ਵੈਗੇਂਜਾ 'ਚ ਹੋਣ, ਚਾਹੇ ਹੋਰ ਕਿਸੇ ਪਾਸੇ ਹੋਣ, ਉਹਨਾਂ ਨੇ ਬੜੇ ਤਰੀਕੇ ਦੇ ਨਾਲ, ਚਾਹੇ ਉਹਨਾਂ ਦੀ ਪਾਲਿਸੀ ਪਲੈਨਿੰਗ ਹੋਵੇ, ਉਹਨਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਕਈ ਲੋਕਾਂ ਦੀ ਉਹਨਾਂ ਨੇ ਨਾਰਾਜ਼ਗੀ ਵੀ ਝੱਲੀ। ਜਦੋਂ ਐਡਮਿਨਿਸਟ੍ਰੇਟਰ ਕੋਈ ਉਹਨੂੰ ਸਟ੍ਰੀਮਲਾਈਨ ਕਰੇਗਾ, ਬਹੁਤ ਸਾਰੇ ਵੈਸਟਡ ਇੰਟਰਸਟ ਨਾਰਾਜ਼ ਹੋ ਜਾਂਦੇ। ਹਾਂਜੀ ਹਾਂਜੀ, ਆ ਜਾਂਦੇ ਆ। ਔਰ ਉਹਨਾਂ ਦਾ ਕਰਕੇ ਕਿਉਂਕਿ ਹਰਚੰਦ ਸਿੰਘ ਉਹਨਾਂ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਉਹ ਕੰਮ ਕਰ ਰਹੇ ਹਨ, ਉਹਨਾਂ ਨੂੰ ਕੋਈ ਇੰਨਾ ਉਹਦੇ ਨਾਲ ਜਿਹੜਾ ਕੋਆਪਰੇਟ ਨਹੀਂ ਕੀਤਾ ਜਾ ਰਿਹਾ, ਜਾਂ ਉਹਦੇ ਤੋਂ ਕਈ ਲੋਕ ਜਿਹੜੇ ਆ ਉਹ ਜੈਲਸ ਹੋ ਕੇ ਜਾਂ ਅਨਵਾਂਟਡ ਉਹਨਾਂ ਦੇ ਰਾਹ 'ਚ ਰੋੜੇ ਪੈਦਾ ਕਰ ਰਹੇ ਹਨ, ਜਾਂ ਉਹਨਾਂ ਤੇ ਉਹ ਵਿਸ਼ਵਾਸ ਨਹੀਂ ਕਰ ਰਹੇ, ਤਾਂ ਉਹਨਾਂ ਨੇ ਬੈਟਰ ਸਮਝਿਆ ਕਿ ਇਸ ਤੋਂ ਪਾਸੇ ਹੋ ਜਾਣਾ ਚੰਗਾ ਹੈ। ਤੇ ਉਹਨਾਂ ਨੇ 2 ਸਾਲ ਹੀ ਨੌਕਰੀ ਤੋਂ ਬਾਅਦ ਉੱਥੋਂ ਚੀਫ ਸੈਕਟਰੀ ਤੋਂ, ਜਦ ਕਿ ਉਹ 3 ਸਾਲ ਦਾ ਟੈਨਿਓਰ ਸੀ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ। ਸਰੂਪਾਂ ਬਾਰੇ, ਜਿਹੜੇ ਸਰੂਪਾਂ ਦੀ ਘਟਨਾ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਹਦੇ ਬਾਰੇ ਕਿਉਂਕਿ ਸਰਦਾਰ ਹਰਚਰਨ ਸਿੰਘ ਜੀ ਬਹੁਤ ਧਾਰਮਿਕ ਪਿਰਤੀ ਵਾਲੇ ਔਰ ਬੜੇ ਹੀ ਸੈਂਸਿਟਿਵ ਨੇਚਰ ਦੀ ਸ਼ਖਸੀਅਤ ਸਨ। 16 ਦੇ ਵਿੱਚ ਜਦੋਂ ਕਾਰਜਕਾਰਨੀ ਨੇ ਇਸ ਇਸ਼ੂ ਨੂੰ ਜਿਹੜਾ ਟੇਕਅਪ ਹੋਇਆ ਔਰ ਹੁਣ ਆਣ ਕੇ ਜਦੋਂ ਉਹਦੇ ਵਿੱਚ ਜਿਹੜਾ ਨਾਂ ਸੀ ਸਰਦਾਰ ਹਰਚਰਨ ਸਿੰਘ ਦਾ ਜੋੜ ਦਿੱਤਾ ਗਿਆ ਔਰ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਤੇ ਕ੍ਰਿਮੀਨਲ ਪ੍ਰੋਸੀਡਿੰਗ ਚਲਾਈਆਂ ਜਾਣਗੀਆਂ, ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਤੇ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਕਿਸੇ ਕਿਸਮ ਦਾ, ਔਰ ਉਹਨਾਂ ਨੂੰ
ਕਿਸੇ ਸਾਜ਼ਿਸ਼ ਦੇ ਅਧੀਨ ਉਹ ਉਹਨਾਂ ਦਾ ਨਾਂ ਜਿਹੜਾ ਵਿੱਚ ਉਹ ਸ਼ਾਮਲ ਕੀਤਾ ਜਾ ਰਿਹਾ ਤੇ ਜਿਸ ਤੇ ਹਾਂ ਉਹਨਾਂ ਨੂੰ ਬੜਾ ਭਾਰੀ ਸਦਮਾ ਲੱਗਾ ਔਰ ਉਹਨਾਂ ਨੂੰ ਉਹ ਇਸ ਚੀਜ਼ ਦੀ ਜਿਹੜੀ ਆ ਉਹ ਜਗ੍ਹਾ ਜਗ੍ਹਾ ਆਪਣੀ ਸਫਾਈ ਵੀ ਦਿੰਦੇ ਰਹੇ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ। ਔਰ ਜ਼ਿਆਦਾਤਰ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਬਾਰੇ ਇੱਕ ਪੁਸਤਕ ਲਿਖੀ ਸੀ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਿਸਟਮ ਐਂਡ ਪ੍ਰੋਸੀਜਰ ਸੀ ਜਾਂ ਜਿਹੜੇ ਉਹਨਾਂ ਵਿੱਚ ਕੱਪੜੇ ਜਾਂ ਕਈ ਕਿਸਮਾਂ ਦੇ ਬਾਰੇ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈਗਾ, ਕਈ ਜਿਹੜੀਆਂ ਪੋਲੀਟੀਕਲ ਜਾਂ ਹੋਰ ਕਈ ਤਰ੍ਹਾਂ ਦੀਆਂ ਉਹਦੇ 'ਚ ਜਿਹੜੀਆਂ ਇੰਟਰਫੇਰੈਂਸ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਜਿਹੜਾ ਬੜਾ ਬਖੂਬੀ ਲਿਖਿਆ। ਔਰ ਉਹ ਜਿਹੜਾ ਸੀ ਉਹ ਤੋਂ ਜਿਹੜਾ ਨਾ ਇੱਕ ਬਦਲੇ ਦੀ ਭਾਵਨਾ ਨਾ ਕਹੋ ਜਾਂ ਉਹਨਾਂ ਦੇ ਨਾਲ ਈਰਖਾ ਲੈ ਕੇ ਔਰ ਇਹ ਜਿਹੜਾ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਉਹਨਾਂ ਦੇ ਮਨ ਨੂੰ ਬਹੁਤ ਦੁੱਖ ਸੀ। ਔਰ ਇੱਕ ਐਸੀ ਮਹਾਨ ਸ਼ਖਸੀਅਤ ਜਿਹੜੀ ਆ ਉਹ ਸਦਮਾ ਸਾਡੇ ਕੋਲ ਲੈ ਗਿਆ ਜਿਹਦਾ ਪੰਥਕ ਸਰਕਲ ਦੇ ਵਿੱਚ ਔਰ ਜਿਹੜਾ PSBN ਸਰਕਲ ਔਰ ਜਿਹੜੀਆਂ ਮੀਡੀਆ ਸਰਕਲ ਦੇ ਵਿੱਚ ਬੜੀ ਲੰਮੇ ਸਮੇਂ ਤੱਕ ਘਟ ਰਹੇਗੀ। ਹਾਂ ਨਾ, ਉਹਨਾਂ ਨੇ ਤਾਂ ਮੈਂ ਰਿਪੋਰਟ ਪੜ੍ਹ ਰਿਹਾ ਸੀ ਉਹ ਜਦੋਂ ਅਕਾਲ ਤਖਤ ਸਾਹਿਬ ਤੇ ਇਨਕੁਆਇਰੀ ਵਗੈਰਾ ਉਹ ਵਲੰਟਰਲੀ ਆਏ ਸੀ, ਉਹ ਸਭ ਕੁਝ ਉਹਨਾਂ ਨੇ ਜੋ ਕੁਝ ਸੀ। ਨਹੀਂ ਤਾਂ ਕਈ ਵਾਰੀ ਜੇ ਆਪ ਹੋਵੇ ਬੰਦਾ ਇਨਵੋਲਵਡ ਉਹ ਬੰਦਾ ਕਹਿੰਦਾ ਜੀ ਮੈਂ ਅੱਜ ਬਿਜ਼ੀ ਆ, ਅੱਜ ਨਹੀਂ ਹੈ, ਆਉਂਦਾ ਹੀ ਨਹੀਂ ਹੈਗਾ। ਇਹਨਾਂ ਨੇ ਪੂਰਾ ਕੋਆਪਰੇਟ ਕੀਤਾ ਸੀ ਉਹਦੇ ਵਿੱਚ। ਉਹਨਾਂ ਕੋਆਪਰੇਟ ਕੀਤਾ, ਉਹਨਾਂ ਨੇ ਇਹਨਾਂ ਨੇ ਭਾਰਤ ਸਾਹਿਬ ਆਫਰ ਕੀਤਾ ਕਿ ਮੈਂ ਨਮਾਣਾ ਸਿੱਖ ਹੋ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਅੱਗੇ ਪੇਸ਼ ਹੋਵਾਂਗਾ ਔਰ ਬਕਾਇਦਾ ਜਾ ਕੇ ਪੂਰੀ ਗੱਲ ਜਿਹੜੀ ਆ ਉਹ ਮੈਂ ਆਪਣੀ ਐਕਸਪਲੇਨ ਕਰਾਂਗਾ ਕਿ ਮੇਰਾ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਔਰ ਕਿਸ ਤਰੀਕੇ ਨਾਲ ਕਿਹੜੀ ਸਾਜ਼ਿਸ਼ ਥੱਲੇ ਔਰ ਕਿਸ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਗਿਆ। ਤੁਸੀਂ ਅੱਜ ਹੀ ਦੇਖਿਆ ਹੋਣਾ ਕਿ ਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਯੂ ਟਰਨ ਲੈ ਲਿਆ ਗਿਆ ਕਿ ਅਸੀਂ ਕਿਸੇ ਦੇ ਕਰਾਂਗੇ। ਇਹ ਸ਼ਾਇਦ ਇਹ ਲੱਗਦੇ ਹੋਣਗੇ ਲੋਕਾਂ 'ਚ ਬਦਨਾਮੀ ਬਹੁਤ ਹੋ ਰਹੀ ਹੈ, ਇਹਨੂੰ ਕਿਸੇ ਤਰੀਕੇ ਨਾਲ ਆਪਣੇ ਲੈਵਲ ਤੇ ਸੌਟ ਆਊਟ ਕਰੋ। ਹੁਣ ਕਹਿੰਦੇ 328 ਸਰੂਪ ਉਹ ਹੈਗੇ ਆ ਸਾਡੇ ਕੋਲ, ਉਹ ਪੈਸੇ ਦਾ ਮੁੱਦਾ ਹੈ। ਉਹ ਇੱਕ ਐਵੇਂ ਭੰਬਲ ਭੂਸੇ 'ਚ ਲੋਕਾਂ ਨੂੰ ਪਾਇਆ, ਉਹ ਡਾਇਵਰਸ਼ਨ ਆਫ ਜਿਹੜਾ ਨਾ ਇੱਕ ਕਿਸੇ ਗੱਲ ਤੋਂ ਪਾਸੇ ਨੂੰ ਧਿਆਨ ਪਾਉਣ ਵਾਸਤੇ ਔਰ ਉਹ ਮੁੱਦਾ ਜਿਹੜਾ ਉਠਾ ਕੇ ਔਰ ਇੰਨਾ ਜ਼ਿਆਦਾ ਸਿੱਖ ਜਗਤ ਦੇ ਵਿੱਚ ਜਾਂ ਈਵਨ ਵਰਲਡ ਵਾਈਡ ਇਹਦੀ ਚਰਚਾ ਜਿਹੜੀ ਆ ਉਹ ਕਰਾਤੀ, ਜਿਸ ਤੋਂ ਸਰਦਾਰ ਹਰਚੰਦ ਸਿੰਘ ਬੜੇ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਹੇ ਸਨ। ਕਹਿੰਦੇ ਜਿਹੜਾ ਹਾਰਟ ਅਟੈਕ ਹੋਇਆ ਅੰਡਰ ਸਟ੍ਰੈਸ ਹੋਣਗੇ ਕਨਸਟੈਂਟ ਇਸ ਇਸ਼ੂ ਤੇ, ਇਹ ਵੀ ਇੱਕ ਕਾਰਨ ਹੋ ਸਕਦਾ। ਨੈਚੁਰਲੀ ਇਟ ਕੈਨ ਬੀ ਅ ਰੀਜ਼ਨ। ਅੱਛਾ ਅੱਛਾ, ਹਾਂਜੀ। ਚਲੋ ਅਖੀਰ ਇੱਕ ਮੈਂ ਪੁੱਛਣਾ ਚਾਹੁੰਦਾ ਹੈਗਾ ਤੁਹਾਨੂੰ, ਇਹ ਜਿਹੜੀ ਬੈਂਕਸ ਮਰਜਰ ਦੀ ਗੱਲ ਵਿੱਚ ਬਹੁਤ ਸਾਰੀਆਂ ਬੈਂਕਾਂ ਇੱਧਰ ਉੱਧਰ ਹੋਈਆਂ ਵੀ ਪਿੱਛੇ ਜੇ ਤੁਸੀਂ ਮੈਨੂੰ ਦੱਸਿਆ ਸੀ ਇੱਕ ਵਾਰੀ ਅਸੀਂ ਮੀਟਿੰਗ ਕੀਤੀ ਸੀ ਪਹਿਲਾਂ ਵੀ ਤੁਹਾਡੇ ਜਦੋਂ ਤੁਸੀਂ ਯੂ ਆਰ ਸਟਿਲ ਇਨ ਸਰਵਿਸ ਉਸ ਵੇਲੇ ਵੀ ਜਦੋਂ ਪੀ ਚਿਦੰਬਰਮ ਫਾਈਨੈਂਸ ਮਿਨਿਸਟਰ ਸੀ ਉਦੋਂ ਵੀ ਇੱਕ ਵਾਰੀ ਮਰਜ ਹੋਣ ਲੱਗਾ ਸੀ ਬੈਂਕ, ਉਦੋਂ ਤਾਂ ਸਰਵਾਈਵ ਕੀਤਾ ਸੀ ਉਹ ਤੁਹਾਡੇ ਜਾਂ ਹੋਰ ਸੀਨੀਅਰ ਦੇ ਯਤਨਾਂ ਕਰਕੇ। ਹੁਣ ਇਹ ਬੈਂਕ ਸਰਵਾਈਵ ਕਰ ਪਾਏਗਾ ਕਿ ਜਾਂ ਮਰਜ ਹੋ ਜਾਏਗਾ? ਕੀ ਦੀ ਪੋਜੀਸ਼ਨ ਹੈਗੀ? NPA ਕਿੰਨਾ ਕੁ ਹੈਗਾ? ਪਰਫਾਰਮੈਂਸ ਕਿੰਨੀ ਕੁ ਹੈਗੀ ਆ? ਵਾਰਿਸ ਸਾਹਿਬ, ਗਵਰਨਮੈਂਟ ਜਿਹੜੀ ਗਵਰਨਮੈਂਟ ਆਫ ਇੰਡੀਆ ਉਹ ਬੈਂਕਿੰਗ ਕੰਸੋਲੀਡੇਸ਼ਨ ਦੇ ਉੱਪਰ ਕਾਫੀ ਦੇਰ ਤੋਂ ਚੱਲ ਰਹੀ ਹੈ। ਕਾਫੀ ਸਾਰੇ ਬੈਂਕ ਮਰਜ ਹੋ ਗਏ ਨੇ। ਇਹ 4 ਬੈਂਕ ਜਿਹੜੇ ਆ ਉਹ ਛੱਡੇ ਗਏ ਸਨ, ਉਹ ਕਿਸੇ ਨਾਲ ਮਰਜਰ ਉਹਨਾਂ ਦਾ ਨਹੀਂ ਹੋਇਆ ਸੀ। ਉਹਨਾਂ ਚੋਂ ਇੱਕ ਬੈਂਕ ਪੰਜਾਬ ਐਂਡ ਸਿੰਧ ਬੈਂਕ ਵੀ ਹੈ। ਹਾਂਜੀ, ਪੰਜਾਬ ਸਿੰਧ ਬੈਂਕ ਦੇ ਵਿੱਚ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਉਹ NPA ਤਾਂ ਇੱਕ ਅਲਾਰਮਿੰਗ ਸਿਚੁਏਸ਼ਨ 'ਚ ਹਨ, ਲੇਕਿਨ ਬੈਂਕ ਜਿਹੜੀ ਆ ਉਹਦੇ ਵਿੱਚ ਕੁਝ ਸੈਂਟੀਮੈਂਟ ਅਟੈਚਡ ਹੈ। ਔਰ ਜਿਸ ਤਰ੍ਹਾਂ ਕਿ ਅਸੀਂ ਇਹਨੂੰ ਪਹਿਲੇ ਸ਼ੁਰੂ ਤੋਂ ਹੀ ਇੱਕ ਸਿੱਖ ਅਦਾਰਾ ਜਿਹੜਾ ਉਹ ਮੰਨਦੇ ਰਹੇ ਹਾਂ ਜਾਂ ਪੰਜਾਬੀ ਅਦਾਰਾ ਮੰਨਦੇ ਰਹੇ ਹਾਂ। ਬੜਾ ਪੁਰਾਣਾ ਬੈਂਕ ਹੈ, 1908 ਵਿੱਚ ਸ਼ੁਰੂ ਹੋਇਆ ਔਰ ਅੱਜ
ਤਕਰੀਬਨ 100 ਸਾਲ ਤੋਂ ਜ਼ਿਆਦਾ ਪੀਰੀਅਡ ਹੋ ਗਿਆ ਔਰ ਇਹ ਬੈਂਕ ਜਿਹੜਾ ਕਿਸੇ ਟਾਈਮ ਦੁਨੀਆ ਦਾ ਫਾਸਟੈਸਟ ਗਰੋਇੰਗ ਬੈਂਕ ਵੀ ਬਣਿਆ ਔਰ ਬੜਾ ਅੱਛੇ ਤਰੀਕੇ ਨਾਲ ਇਹਨੇ ਐਸਟੈਬਲਿਸ਼ ਵੀ ਕੀਤਾ ਔਰ ਹੁਣ ਕੁਝ ਸਮੇਂ ਤੋਂ ਇੱਕ ਐਸੀ ਚਰਚਾ ਚੱਲ ਰਹੀ ਹੈ ਕਿ ਇਸ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ। ਔਰ ਜਦੋਂ ਤੱਕ ਇਹ ਪ੍ਰਾਈਵੇਟਾਈਜੇਸ਼ਨ ਵਾਲੀ ਜਿਹੜੀ ਗੱਲ ਆਈ ਤਾਂ ਸਰਦਾਰ ਹਰਚਰਨ ਸਿੰਘ ਜੀ ਹੁਣਾਂ ਨੇ ਇਸ ਇਸ਼ੂ ਨੂੰ ਕੁਝ ਜਿਹੜੇ ਟੀਵੀ ਚੈਨਲਾਂ ਦੇ ਨਾਲ ਔਰ ਮੀਡੀਆ ਦੇ ਨਾਲ ਲੈ ਕੇ ਕਾਫੀ ਗੰਭੀਰਤਾ ਦੇ ਨਾਲ ਲਿਆ ਔਰ ਉਹਨਾਂ ਨੇ ਸਾਡੇ ਜਿਹੜੇ ਪੁਰਾਣੇ ਸਟਾਲਵਰਟਸ ਕੁਝ ਚੇਅਰਮੈਨ ਕੁਝ ਹੋਰ ਸ਼ਖਸੀਅਤਾਂ ਹਨ ਉਹਨਾਂ ਦੇ ਨਾਲ ਇਸ ਇਸ਼ੂ ਨੂੰ ਉਠਾਇਆ ਔਰ ਥੋੜੇ ਦੇਰ ਪਹਿਲਾਂ ਹੀ ਇੱਕ ਪ੍ਰੋਗਰਾਮ 'ਚ ਉਹਨਾਂ ਨੂੰ ਇਹ ਕੋਆਰਡੀਨੇਟਰ ਥਾਪਿਆ ਗਿਆ ਕਿ ਕਿਸ ਤਰ੍ਹਾਂ ਇਸ ਇੰਸਟੀਟਿਊਸ਼ਨ ਨੂੰ ਅਗਰ ਗਵਰਨਮੈਂਟ ਨੇ ਪ੍ਰਾਈਵੇਟਾਈਜ਼ ਕਰਨਾ ਹੀ ਹੈ ਤਾਂ ਇਹ ਵਾਪਸ ਜਿਹੜਾ ਸਾਨੂੰ ਪੰਜਾਬੀਆਂ ਨੂੰ ਜਾਂ ਸਿੱਖ ਕਮਿਊਨਿਟੀ ਨੇ ਇਹਨੂੰ ਕੀਤਾ ਸੀ ਵਾਪਸ ਦੇ ਦਿੱਤਾ ਜਾਵੇ ਔਰ ਉਹਦੀ ਸਾਰੀ ਵਿਉਂਤਬੰਦੀ ਦੇ ਵਿੱਚ ਉਹਦੀ ਸਾਰੀ ਪਲੈਨਿੰਗ ਦੇ ਵਿੱਚ ਸਰਦਾਰ ਹਰਚੰਦ ਸਿੰਘ ਹੁਣੀ ਉਹ ਮੂਹਰੇ ਲੱਗੇ ਹੋਏ ਸਨ ਤੇ ਕੁਝ ਹਫ਼ਤਾ ਕੁ ਪਹਿਲੇ ਹੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਇੱਕ ਸੁਜੈਸ਼ਨ ਦਿੱਤੀ ਕਿ ਮੈਂ ਕਿਹਾ ਕਿ ਅਗਰ ਤੁਸੀਂ ਏਡੇ ਸੀਰੀਅਸਲੀ ਇਸ ਮਸਲੇ ਨੂੰ ਹੁਣ ਉਠਾ ਰਹੇ ਹੋ ਤਾਂ ਕਿਉਂ ਨਾ ਹੋਵੇ ਕਿ ਤੁਸੀਂ ਇਸ ਦੇ ਵਿੱਚ ਸਰਦਾਰ ਆਰਪੀ ਸਿੰਘ ਸਾਬਕਾ ਆਈਐਸ ਅਫਸਰ ਜਿਹੜੇ ਪੰਜਾਬ ਸਿੰਘ ਦੇ ਚੇਅਰਮੈਨ ਵੀ ਸਨ ਔਰ ਨੈਸ਼ਨਲ ਹਾਈਵੇ ਰਿਟਾਇਰ ਹੋਏ ਆ ਪੰਜਾਬ ਸਿੰਧ ਬੈਂਕ ਦੇ ਨਾ ਹਾਂਜੀ ਤੇ ਉਹ ਚੇਅਰਮੈਨ ਵੀ ਸਨ ਤਾਂ ਉਸ ਤੋਂ ਬਾਅਦ ਉਹ ਪੰਜਾਬ ਸਿੰਧ ਬੈਂਕ ਚੋਂ ਰਿਟਾਇਰ ਨਹੀਂ ਹੋਏ ਉਹ ਵਾਪਸ ਗਵਰਨਮੈਂਟ ਆਫ ਇੰਡੀਆ 'ਚ ਚਲੇ ਗਏ ਗਵਰਨਮੈਂਟ ਆਫ ਇੰਡੀਆ 'ਚ ਚਲੇ ਗਏ ਔਰ ਉਸ ਤੋਂ ਬਾਅਦ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ ਵਿੱਚ ਰਿਟਾਇਰ ਹੋਏ ਔਰ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਹਨ ਔਰ ਉਹਨਾਂ ਦਾ ਸਰਕਾਰੀ ਦਰਬਾਰੇ ਵੀ ਜਾਂ ਉਹਨਾਂ ਦੀ ਪਕੜ ਵੀ ਜਿਹੜੀ ਆ ਉਹ ਫਾਈਨੈਂਸ਼ੀਅਲ ਮੈਟਰ 'ਚ ਬਹੁਤ ਜ਼ਿਆਦਾ ਹੈ ਔਰ ਇੱਕ ਸਿਰੜੀ ਇਨਸਾਨ ਹਨ ਜਿਨ੍ਹਾਂ ਨੇ ਜਿਸ ਵੇਲੇ ਪੰਜਾਬ ਸਿੰਧ ਬੈਂਕ ਬਿਲਕੁਲ ਇੰਨੇ ਘਾਟੇ ਤੇ ਆ ਗਿਆ ਸੀ ਔਰ ਬਿਲਕੁਲ ਖਤਮ ਹੋਣ ਵਾਲਾ ਸੀ ਡਾਕਟਰ ਮਨਮੋਹਨ ਸਿੰਘ ਜੀ ਹੁਣਾਂ ਦੇ ਟਾਈਮ ਤੇ ਉਸ ਵੇਲੇ ਉਹਨਾਂ ਦੀ ਪ੍ਰੇਰਨਾ ਤੇ ਪੀਸੀ ਚਿਦੰਬਰਮ ਸਾਹਿਬ ਨੇ ਇਹਨਾਂ ਨੂੰ ਜਿਹੜਾ ਪ੍ਰੇਰਿਤ ਕੀਤਾ ਔਰ ਬੈਂਕ ਦਾ ਚੇਅਰਮੈਨ ਲਿਆਂਦਾ ਮੈਂ ਉਸ ਵੇਲੇ ਉਹਨਾਂ ਦੇ ਨਾਲ ਸੀ ਉਸ ਵੇਲੇ ਦਿੱਲੀ 'ਚ ਉਹਨਾਂ ਨੇ ਉਸ ਵੇਲੇ ਸਾਨੂੰ 2 ਸਾਲ ਦਾ ਪੀਰੀਅਡ ਦਿੱਤਾ ਸੀ ਕਿ ਇਹ ਬੈਂਕ ਨੂੰ ਰਿਵਾਈਵ ਕਰੋ ਲੇਕਿਨ ਉਹਨਾਂ ਨੇ ਉੱਠ ਕੇ ਚਿਦੰਬਰਮ ਸਾਹਿਬ ਨੂੰ ਉਹ ਜਿਸ ਵੇਲੇ ਉਹ ਬੈਂਕ 'ਚ ਆਏ ਉਹਨਾਂ ਨੂੰ ਵੇਖਿਆ ਕਿ ਸਰ ਮੈਨੂੰ 2 ਸਾਲ ਨਹੀਂ ਚਾਹੀਦੇ ਮੈਨੂੰ 1 ਸਾਲ ਚਾਹੀਦਾ 1 ਸਾਲ 'ਚ ਅਗਰ ਮੈਂ ਕਰ ਦਿਆਂਗਾ ਤਾਂ ਫਿਰ ਇਹ ਬੈਂਕ ਜਿਹੜਾ ਤੁਸੀਂ ਅੱਗੇ ਰੱਖਣਾ ਨਹੀਂ ਤਾਂ ਚਾਹੇ ਤੁਸੀਂ ਇਹਨੂੰ ਬੰਦ ਕਰ ਲੈਣਾ ਉਹਨਾਂ ਨੇ ਇੰਨਾ ਮਿਹਨਤ ਦੇ ਨਾਲ ਕੰਮ ਕੀਤਾ ਸਾਡੀ ਸਾਰਿਆਂ ਦੀ ਟੀਮ ਨਾਲ ਲਈ ਔਰ ਉਸੇ ਟੀਮ ਨੂੰ ਕੋਈ ਬਾਹਰੋਂ ਬੰਦੇ ਨਹੀਂ ਬੁਲਾਏ ਔਰ ਉਸੇ ਟੀਮ ਨੂੰ ਪ੍ਰੇਰਿਤ ਕਰਕੇ ਔਰ ਇੰਨਾ ਵਧੀਆ ਕੰਮ ਕੀਤਾ ਕਿ 1 ਸਾਲ ਦੇ ਵਿੱਚ ਹੀ ਟਰਨ ਅਰਾਊਂਡ ਲੈ ਆਂਦਾ ਜਿਹੜਾ ਅਸੀਂ 19-20 ਹਜ਼ਾਰ ਕਰੋੜ ਦਾ ਬੈਂਕ ਸੀ ਉਹ 1 ਲੱਖ ਕਰੋੜ ਦਾ ਬੈਂਕ ਪਹੁੰਚਾਤਾ ਮੈਂ ਸਰਦਾਰ ਹਰਚਰਨ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਕਿ ਐਸੀ ਮਹਾਨ ਸ਼ਖਸੀਅਤ ਇਹੋ ਜਿਹੇ ਜਿਹੜੇ ਸਟਾਲਵਰਟਸ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਅਗਵਾਈ ਲੈ ਕੇ ਉਹਨਾਂ ਨੂੰ ਨਾਲ ਜੋੜ ਕੇ ਇਸ ਬੈਂਕ ਨੂੰ ਅਗਰ ਗਵਰਨਮੈਂਟ ਨੇ ਪ੍ਰਾਈਵੇਟਾਈਜ਼ ਕਰਨਾ ਹੀ ਹੈ ਤਾਂ ਜਿਹੜਾ ਇਹਦਾ ਕੈਪੀਟਲ ਹੈ ਉਹਦੇ ਵਾਸਤੇ ਕੋਈ ਵਿਉਂਤਬੰਦੀ ਸਰਕਾਰ ਨਾਲ ਬਣਾ ਕੇ ਤਾਂ ਉਹ ਵਾਪਸ ਜਿਹੜਾ ਉਹ ਸਿੱਖ ਪੰਥ ਕਿਉਂਕਿ ਇਹਦੇ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਪੰਜਾਬੀਆਂ ਦੀਆਂ ਭਾਵਨਾਵਾਂ ਪ੍ਰੀ ਪਾਰਟੀਸ਼ਨ ਟਾਈਮ ਤੋਂ ਜੁੜੀਆਂ ਹੋਈਆਂ ਹਨ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਇਹਦੇ ਉੱਤੇ ਅੱਗੇ ਗੱਲ ਤੋਰੀ ਜਾਵੇ ਜਿਹਦੇ ਵਿੱਚ ਸਰਦਾਰ ਹਰਚੰਦ ਸਿੰਘ ਜੀ ਬਹੁਤ ਯਤਨਸ਼ੀਲ ਸਨ ਉਹ ਹਰ ਲੈਵਲ ਤੇ ਹਰ ਆਫਿਸਰ ਨਾਲ ਹੁਣ ਵੀ ਉਹ ਦਿੱਲੀ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਯੂਨੀਅਨ ਮਿਨਿਸਟਰ ਆ ਉਹਨਾਂ ਨੂੰ ਵੀ ਮਿਲਣਾ ਚਾਹੁੰਦੇ ਸੀ ਕਿ ਉਹਨਾਂ ਦੇ ਨਾਲ ਉਹ ਕਿ ਤਾਂ ਕਿ ਇਸ ਗੱਲ ਨੂੰ ਅੱਗੇ ਫਾਈਨਾਂਸ ਮਿਨਿਸਟਰੀ ਔਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਬੜਾ ਨੇੜਤੇ ਨਾਲ ਤੋੜਿਆ ਜਾਵੇ ਔਰ ਪ੍ਰੋਪਰ ਵੇ ਨਾਲ ਇਸ ਨੂੰ
ਇਸ ਇੰਸਟੀਚਿਊਸ਼ਨ ਨੂੰ ਅਗਰ ਗਵਰਨਮੈਂਟ ਨੇ ਪ੍ਰਾਈਵੇਟਾਈਜ਼ ਕਰਨਾ ਹੀ ਹੈ ਤਾਂ ਅਸੀਂ ਆਪਣਾ ਕੈਪੀਟਲ ਇਕੱਠਾ ਕਰਕੇ ਅਸੀਂ ਇਹਦੇ ਵਿੱਚ ਜਿਹੜੀ ਸਟੇਕ ਹੈ ਗਵਰਨਮੈਂਟ ਦੀ ਉਹਨੂੰ ਅਸੀਂ ਰੀਜ਼ਨੇਬਲ ਵੇ ਨਾਲ ਪ੍ਰਾਈਸਿੰਗ 'ਚ ਪਰਚੇਜ਼ ਕਰ ਲਈਏ। ਸਰਦਾਰ ਹਰਚਰਨ ਸਿੰਘ ਦਾ ਘਾਟਾ ਇਸ ਲੈਵਲ ਤੇ ਜਿਹੜਾ ਉਹ ਬਹੁਤ ਹੀ ਵੱਡਾ ਪਿਆ ਹੈ। ਉਹਨਾਂ ਦੇ ਹੁੰਦਿਆਂ ਲੱਗਦਾ ਸੀ ਕਿ ਉਹ ਕਿਸੇ ਮਸਲੇ ਦੇ ਵਿੱਚ ਜਿਹੜਾ ਇਸ ਮਸਲੇ 'ਚ ਲੱਗੇ ਆ, ਕਿਉਂਕਿ ਉਹ ਦਿਆਨਤਦਾਰੀ ਨਾਲ ਇਮਾਨਦਾਰੀ ਨਾਲ ਲੱਗੇ ਸੀ, ਉਹ ਜ਼ਰੂਰ ਸਿਰੇ ਚੜ੍ਹ। ਚਲੋ ਨਿਰਮਲ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। NPA ਦਾ ਬੈਂਕਾਂ 'ਚ ਕਿਉਂ ਹੁੰਦਾ ਇਹ ਕਿਤੇ ਅਗਲੇ ਐਪੀਸੋਡ 'ਚ ਕਰਾਂਗੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਹੈ।